समय ਦੇ ਉੱਤੇ ਗੱਲਬਾਤ ਕੀਤੀ ਗਈ ਆ। ਉਹਦੇ ਵਿੱਚ ਇਹ ਆਖਿਆ ਗਿਆ ਕਿ ਕਿਸਾਨ ਮੋਰਚੇ ਤੋਂ ਬਾਅਦ ਖਾਲਿਸਤਾਨੀ ਕਾਰਕੁਨ ਸਰਕਾਰ ਦੇ ਨਿਸ਼ਾਨੇ ਤੇ ਸੀਗੇ, ਕਿਉਂਕਿ ਸਰਕਾਰ ਇਹ ਸਮਝਦੀ ਆ ਕਿ ਜਿਹੜੀ ਸਿੱਖਾਂ ਨੇ ਸਪੋਰਟ ਕੀਤੀ ਆ ਕਿਸਾਨ ਮੋਰਚੇ ਦੇ ਵਿੱਚ, ਜਿਹਦੇ ਕਰਕੇ ਮੋਦੀ ਸਰਕਾਰ ਨੂੰ ਝੁਕਣਾ ਪਿਆ। ਉਹਦੇ ਵਿੱਚ ਮੋਸਟਲੀ ਜਿਹੜੇ ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਦੇ ਖਾਲਿਸਤਾਨੀ ਕਾਰਕੁਨ ਸੀ, ਉਹਨਾਂ ਨੇ ਪੈਸੇ ਧੇਲੇ ਵੱਲੋਂ ਅਤੇ ਆਪਣੇ ਨੈਟਵਰਕ ਦੇ ਨਾਲ ਜ਼ੋਰ ਲਾ ਕੇ ਪ੍ਰਮੁੱਖ ਭੂਮਿਕਾ ਨਿਭਾਈ ਸੀ। ਸੋ ਇਸੇ ਵਾਸਤੇ ਉਹ ਕਹਿੰਦੇ ਵੀ ਜਿਹੜੀਆਂ ਇਹ ਕੈਨੇਡਾ, ਅਮਰੀਕਾ ਤੇ ਇੰਗਲੈਂਡ ਦੇ ਸਿੱਖ ਕਾਰਕੁਨਾਂ ਦੀਆਂ ਸਰਗਰਮੀਆਂ ਸੀ, ਉਹ ਭਾਰਤੀ ਰਡਾਰ ਦੇ ਹੇਠ ਸਨ। ਉਹਦੇ ਵਿੱਚ ਇਹ ਵੀ ਗੱਲ ਕਹੀ ਗਈ ਆ ਕਿ ਇਹ ਕਤਲ ਜਿਹੜੇ ਆ ਉਹ ਬੜੇ ਹੀ ਜਿਹੜੇ ਆਲਾ ਤਰੀਕੇ ਦੇ ਨਾਲ ਕਰਾਏ ਗਏ ਆ। ਇਹਦੇ ਵਿੱਚ ਪੈਸਾ ਵਰਤਿਆ ਗਿਆ ਤੇ ਕਈ ਥਾਈਂ ਪਾਕਿਸਤਾਨ ਦੇ ਵਿੱਚ ਖਾਸ ਕਰਕੇ ਉਹਨਾਂ ਨੌਜਵਾਨਾਂ ਨੂੰ ਵਰਤਿਆ ਗਿਆ ਜਿਹੜੇ ਕਿ ਧਾਰਮਿਕ ਤੌਰ ਦੇ ਉੱਤੇ ਕੱਟੜਪੰਥੀ ਹੋ ਚੁੱਕੇ ਸੀ। ਸੋ ਆਪਾਂ ਜਾਣਦੇ ਹਾਂ ਕਿ ਮੁਸਲਮਾਨਾਂ ਦੇ ਵਿੱਚ ਵੀ ਕਈ ਫਿਰਕੇ ਆ, ਕਈ ਸੋਚਾਂ ਆ। ਸ਼ੀਆ ਸੁੰਨੀ ਤੋਂ ਇਲਾਵਾ ਹੁਣ ਜਥੇਬੰਦੀਆਂ ਵੀ ਜਿਹੜੀਆਂ ਉਹ ਆਪਸ ਦੇ ਵਿੱਚ ਨਹੀਂ ਬਣਦੀਆਂ। ਤਾਲਿਬਾਨ ਹੋਰ ਤਰ੍ਹਾਂ ਸੋਚਦੇ ਆ, ਇਸਲਾਮਿਕ ਸਟੇਟ ਹੋਰ ਤਰ੍ਹਾਂ ਸੋਚਦੀ ਆ, ਆਈਸਿਸ ਜਿਹੜੀ ਆ ਹੋਰ ਤਰੀਕੇ ਸੋਚਦੀ ਆ, ਉਹਨਾਂ ਦੇ ਮਗਰੋਂ ਚਲਾਉਣ ਵਾਲੇ ਜਿਹੜੇ ਆ ਵਹਾਬੀ ਹੋਰ ਤਰ੍ਹਾਂ ਸੋਚਦੇ ਆ। ਸੋ ਇਹਨਾਂ ਨੂੰ ਇਸਤੇਮਾਲ ਕੀਤਾ ਗਿਆ। ਇਸ ਰਿਪੋਰਟ ਦੇ ਵਿੱਚ ਭਾਰਤੀ ਖੁਫੀਆ ਏਜੰਸੀ ਦੇ ਹਵਾਲੇ ਦੇ ਨਾਲ, ਏਜੰਟ ਦੇ ਹਵਾਲੇ ਦੇ ਨਾਲ ਗੱਲ ਕਹੀ ਗਈ ਆ ਕਿ ਉਹਨਾਂ ਪਾਕਿਸਤਾਨੀ ਨੌਜਵਾਨਾਂ ਨੂੰ ਚੁਣਿਆ ਗਿਆ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਇਸਲਾਮਿਕ ਸਟੇਟ ਵਿੱਚ ਸ਼ਾਮਲ ਹੋਣਾ ਚਾਹੁੰਦੇ ਸੀ। ਭਾਈ ਪਰਮਜੀਤ ਸਿੰਘ ਪੰਜਵੜ, ਜਿਨ੍ਹਾਂ ਨੂੰ ਕਿ ਪਾਕਿਸਤਾਨ ਦੇ ਵਿੱਚ ਲਾਹੌਰ ਲਾਗੇ ਕਤਲ ਕੀਤਾ ਗਿਆ ਸੀ, ਉਹਦਾ ਜ਼ਿਕਰ ਆਇਆ ਇਹਦੇ ਵਿੱਚ ਕਿ ਕਿਵੇਂ ਉਹਨਾਂ ਨੂੰ ਕਾਫਰ ਸਿੱਧ ਕਰਨ ਦੇ ਵਾਸਤੇ ਜ਼ੋਰ ਲਾਉਣਾ ਪਿਆ। ਇੱਕ ਮੁਸਲਮਾਨ ਨੌਜਵਾਨ ਦੇ ਦਿਮਾਗ ਵਿੱਚ ਇਹ ਗੱਲ ਪਾਈ ਗਈ ਵੀ ਇਹ ਕਾਫਰ ਆ, ਇਹ ਜਿਹੜੇ ਇਸ ਧਰਤੀ ਦੇ ਉੱਤੇ ਨਹੀਂ ਰਹਿਣੇ ਚਾਹੀਦੇ, ਇਹਨਾਂ ਦਾ ਖਾਤਮਾ ਜ਼ਰੂਰੀ ਆ। ਸੋ ਗੱਲ ਕੁੱਲ ਮਿਲਾ ਕੇ ਸਮਝ ਆਉਂਦੀ ਆ ਵੀ ਜਿਹੜੇ ਨੌਜਵਾਨ ਪਾਕਿਸਤਾਨ ਦੇ ਵਿੱਚੋਂ ਇਸਲਾਮਿਕ ਸਟੇਟ ਜਾਂ ਆਈਸਿਸ ਦੇ ਵਿੱਚ ਜਾਣਾ ਚਾਹੁੰਦੇ ਸੀ, ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਭਾਰਤੀ ਏਜੰਟਾਂ ਨੇ ਇਹ ਕਹਿ ਕੇ ਵਰਗਲਾਇਆ ਕਿ ਅਸੀਂ ਇਸਲਾਮਿਕ ਸਟੇਟ ਵਾਸਤੇ ਭਰਤੀ ਕਰ ਰਹੇ ਹਾਂ, ਪਰ ਉਹਦੇ ਵਾਸਤੇ ਤੁਹਾਨੂੰ ਕੁਝ ਸਿੱਧ ਕਰਨਾ ਪਊਗਾ ਵੀ ਤੁਸੀਂ ਇਸ ਵਾਸਤੇ ਕੁਝ ਕਰਕੇ ਦਿਖਾਓ ਵੀ ਤੁਸੀਂ ਇਸ ਜਿਹੜਾ ਜਥੇਬੰਦੀ ਵਿੱਚ ਦਾਖਲਾ ਲੈਣ ਦੇ ਕਾਬਲ ਵੀ ਹੈਗੇ ਆ ਕਿ ਨਹੀਂ। ਭਾਈ ਪਰਮਜੀਤ ਸਿੰਘ ਪੰਜਵੜ ਤੋਂ ਇਲਾਵਾ ਉਹ ਕਹਿੰਦੇ ਵੀ ਇੱਕ ਲਸ਼ਕਰ ਤੋਇਬਾ ਦੇ ਟੌਪ ਕਮਾਂਡਰ ਹੈਗੇ ਸੀ ਰਿਆਜ਼ ਅਹਿਮਦ, ਉਹਨਾਂ ਨੂੰ ਮਾਰਨ ਵਾਸਤੇ ਵੀ ਇਹੀ ਸਕੀਮ ਜਿਹੜੀ ਵਰਤੀ ਗਈ। ਇੱਕ 20 ਸਾਲਾਂ ਦਾ ਲਾਹੌਰ ਤੋਂ ਨੌਜਵਾਨ ਮੁਹੰਮਦ ਅਬਦੁੱਲਾ, ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਭਾਰਤੀ ਏਜੰਟਾਂ ਵੱਲੋਂ ਹੀ ਤਿਆਰ ਕੀਤਾ ਗਿਆ, ਰਿਕਰੂਟ ਕੀਤਾ ਗਿਆ ਤੇ ਉਹਨੂੰ ਇਹ ਕਿਹਾ ਗਿਆ ਕਿ ਪਹਿਲਾਂ ਕੁਝ ਕਰਕੇ ਦਿਖਾ, ਉਸ ਤੋਂ ਬਾਅਦ ਹੀ ਅਸੀਂ ਤੈਨੂੰ ਇਸਲਾਮਿਕ ਸਟੇਟ ਦੇ ਵਿੱਚ ਸ਼ਾਮਲ ਕਰ ਸਕਦੇ ਹਾਂ। ਜਦੋਂ ਕਿ ਇਸਲਾਮਿਕ ਸਟੇਟ ਦੇ ਨਾਂ ਤੇ ਸ਼ਾਮਲ ਕਰਨ ਵਾਲੇ ਭਾਰਤੀ ਏਜੰਟ ਸੀਗੇ। ਸੋ ਉਸ ਨੌਜਵਾਨ ਨੂੰ ਪੈਸੇ ਵੀ ਦਿੱਤੇ ਗਏ, ਉਹਨੂੰ ਮਾਰਨ ਵਾਸਤੇ ਅਸਲਾ ਵੀ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਦੋਂ ਉਹਨੇ ਇੱਕ ਰਾਵਲਪਿੰਡੀ ਦੀ ਇੱਕ ਮਸੀਤ ਦੇ ਵਿੱਚ ਕਤਲ ਕਰ ਦਿੱਤਾ, ਮੌਕੇ ਤੇ ਫੜਿਆ ਗਿਆ ਤੇ ਪੁੱਛਗਿੱਛ ਦੌਰਾਨ ਇਹ ਸਾਰੇ ਖੁਲਾਸੇ ਹੁਣ ਬਾਹਰ ਆ ਚੁੱਕੇ ਆ, ਜਿਹੜੇ ਕਿ ਇਸ ਰਿਪੋਰਟ ਦੇ ਵਿੱਚ ਪਾਕਿਸਤਾਨੀ ਖੁਫੀਆ ਏਜੰਸੀਆਂ ਦੇ ਹਵਾਲੇ ਦੇ ਨਾਲ ਦਿੱਤੇ ਗਏ ਆ। ਸੋ ਕੁੱਲ ਮਿਲਾ ਕੇ ਜਿਹੜੀ ਕਹਾਣੀ ਹੈ ਸਾਰੀ ਹੁਣ ਬਾਹਰ ਆ ਚੁੱਕੀ ਹੈ ਕਿ ਕਿਸ ਤਰੀਕੇ ਭਾਰਤ ਸਰਕਾਰ ਦੇ ਦੇਸ਼ਾਂ ਤੇ ਭਾਰਤੀ ਖੁਫੀਆ ਏਜੰਸੀਆਂ ਨੇ UAE ਯੂਨਾਈਟਿਡ ਅਰਬ ਅਮੀਰਾਤ ਦੀ ਧਰਤੀ ਵਰਤ ਕੇ ਪਾਕਿਸਤਾਨ ਦੇ ਵਿੱਚ 20 ਦੇ ਕਰੀਬ ਕਤਲ ਕਰਾਏ ਆ। ਤੇ ਇਹ ਕਤਲ ਉਸ ਵੇਲੇ ਬਿਲਕੁਲ ਬੰਦ ਹੋ ਗਿਆ ਜਦੋਂ ਕੈਨੇਡਾ ਤੇ ਅਮਰੀਕਾ ਦੀਆਂ ਸਰਕਾਰਾਂ ਨੇ ਭਾਰਤ ਸਰਕਾਰ ਦੇ ਉੱਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਦੋਸ਼ ਲਾਤੇ ਕਿ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਜਿਹੜਾ ਉਹ ਭਾਰਤੀ ਸਾਜ਼ਿਸ਼ ਆ ਤੇ ਗੁਰਪਤਵੰਤ ਸਿੰਘ ਪੰਨੂ ਨੂੰ ਅਮਰੀਕਾ ਦੇ ਉੱਤੇ ਮਾਰਨ ਦੀ ਸਾਜ਼ਿਸ਼ ਵੀ ਜਿਹੜੀ ਆ ਉਹ ਭਾਰਤ ਨੇ ਘੜੀ ਸੀ। ਸੋ ਇਹ ਗੱਲ ਹੁਣ ਬਿਲਕੁਲ ਕਲੀਅਰ ਹੋ ਚੁੱਕੀ ਆ। ਸੋ ਜੇਕਰ ਆਪਾਂ ਥੋੜ੍ਹਾ ਜਿਹਾ ਪਿੱਛੇ ਨੂੰ ਨਿਗਾਹ ਮਾਰੀਏ ਤਾਂ ਜਿਹੜੇ ਸ਼ੱਕੀ ਕਤਲ ਹੋਏ ਆ ਹੁਣ ਤੱਕ, ਜਿਹਨਾਂ ਵਿੱਚ ਭਾਈ ਹਰਮੀਤ ਸਿੰਘ PhD ਦਾ ਕਤਲ ਪਾਕਿਸਤਾਨ 'ਚ ਹੋਇਆ, ਦੀਪ ਸਿੱਧੂ ਦਾ ਕਤਲ ਦਿੱਲੀ 'ਚ ਹੋਇਆ, ਸਿੱਧੂ ਮੂਸੇਵਾਲੇ ਦਾ ਕਤਲ ਜਿਹੜਾ ਜੀ ਉਹਦੇ ਪਿੰਡ ਦੇ ਲਾਗੇ ਹੋਇਆ, ਭਾਈ ਪਰਮਜੀਤ ਸਿੰਘ ਪੰਜਵੜ ਦਾ ਕਤਲ ਪਾਕਿਸਤਾਨ 'ਚ ਲਾਹੌਰ ਲਾਗੇ ਹੋਇਆ, ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਸਰੀ ਕੈਨੇਡਾ ਵਿੱਚ ਹੋਇਆ, ਭਾਈ ਅਵਤਾਰ ਸਿੰਘ ਖੰਡਾ ਦਾ ਕਤਲ ਜਿਹੜਾ ਇੰਗਲੈਂਡ ਵਿੱਚ ਹੋਇਆ, ਇਹ ਸ਼ੱਕ ਦੇ ਦਾਇਰੇ ਵਿੱਚ ਆ ਜਾਂਦੇ ਆ। ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਗੁਰਪਤਵੰਤ ਸਿੰਘ ਪੰਨੂ ਨੂੰ ਖਤਮ ਕਰਨਾ ਸੀਗਾ, ਉਹ ਸਾਰਾ ਕੁਝ ਅਮਰੀਕੀ ਅਦਾਲਤ ਦੇ ਵਿੱਚ ਪਹਿਲਾਂ ਹੀ ਅਮਰੀਕੀ ਸਰਕਾਰ ਦੱਸ ਚੁੱਕੀ ਹੈ ਕਿ ਕਿਵੇਂ ਭਾਰਤ ਸਰਕਾਰ ਦੇ ਏਜੰਟ ਦਿੱਲੀ ਰਾਜ ਦੇ ਦਫ਼ਤਰ ਵਿੱਚ ਬੈਠ ਕੇ ਨਿਖਿਲ ਗੁਪਤਾ ਨੂੰ ਉਦੇਸ਼ ਦਿੰਦੇ ਸੀਗੇ ਕਿ ਹੁਣ ਹਰਦੀਪ ਸਿੰਘ ਨਿੱਜਰ ਮਾਰਿਆ ਜਾ ਚੁੱਕਾ, ਤੁਹਾਨੂੰ ਜਲਦ ਹੀ ਪੰਨੂ ਦਾ ਕੰਮ ਵੀ ਕਰਨਾ ਚਾਹੀਦਾ। ਸੋ ਗਾਰਡੀਅਨ ਅਖਬਾਰ ਦੀ ਬੜੀ ਧੜੱਲੇਦਾਰ ਰਿਪੋਰਟ ਨੇ ਸਾਰਾ ਹੀ ਹੀਜ ਪਿਆਜ਼ ਨੰਗਾ ਕਰ ਦਿੱਤਾ। ਸਾਰੀ ਜਿਹੜੀ ਸਾਜ਼ਿਸ਼ ਸੀਗੀ, ਸਾਰੇ ਰਾਜ ਸੀਗੇ, ਉਹ ਬੇਨਕਾਬ ਕਰ ਦਿੱਤੇ ਆ। ਸੋ ਇਸ ਰਿਪੋਰਟ ਦੇ ਆਉਣ ਤੋਂ ਬਾਅਦ ਅੱਜ ਕਾਫੀ ਤਰਥੱਲੀ ਮਚੀ ਹੋਈ ਆ। ਭਾਰਤ ਸਰਕਾਰ ਨੇ
ਭਾਰਤੀ ਵਿਦੇਸ਼ ਵਿਭਾਗ ਨੇ ਇਹਦਾ ਖੰਡਨ ਕੀਤਾ, ਕਹਿੰਦੇ ਵੀ ਇਹ ਗੱਲਾਂ ਕੋਲੋਂ ਹੀ ਬਣਾਈਆਂ ਗਈਆਂ, ਇਹਨਾਂ ਦੇ ਵਿੱਚ ਕੋਈ ਸੱਚਾਈ ਨਹੀਂ ਹੈਗੀ। ਪਰ ਦਾ ਗਾਰਡੀਅਨ ਜਿਹੜਾ ਜੀ ਉਹ ਦੁਨੀਆ ਦੇ ਪ੍ਰਮੁੱਖ ਅਦਾਰਿਆਂ ਵਿੱਚ ਆਉਂਦਾ, ਜਿਵੇਂ CNN ਆ, BBC ਆ, ਫੌਕਸ ਆ, ਇੱਦਾਂ ਹੀ ਦਾ ਗਾਰਡੀਅਨ ਅਖਬਾਰ ਦਾ ਕੋਈ ਨਾਂ ਆ, ਤੇ ਉਹਨਾਂ ਨੇ ਬੜੇ ਧੜੱਲੇ ਦੇ ਨਾਲ ਇਹ ਖਬਰ ਛਾਪ ਕੇ ਦੁਨੀਆ ਨੂੰ ਸੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਆ। ਅੱਜ ਉਸ ਰਿਪੋਰਟ ਤੋਂ ਦਾ ਗਾਰਡੀਅਨ ਦੁਨੀਆ ਦਾ ਪ੍ਰਮੁੱਖ ਅਖਬਾਰ ਆ, ਤੇ ਉਸ ਦੀ ਜਿਹੜੀ ਪੱਤਰਕਾਰ ਆ ਦਿੱਲੀ ਬੈਠੀ ਹੈਨਾ ਐਲਿਸ ਪੈਟਰਸਨ, ਉਹਨੇ 2 ਸਾਥੀ ਪੱਤਰਕਾਰਾਂ ਦੇ ਨਾਲ ਮਿਲ ਕੇ ਇੱਕ ਰਿਪੋਰਟ ਤਿਆਰ ਕੀਤੀ ਹੈ, ਜਿਹਦੇ ਵਿੱਚ ਭਾਰਤੀ ਖੁਫੀਆ ਏਜੰਸੀਆਂ ਦੇ ਜਿਹੜੇ ਕਾਰਕੁਨ ਨੇ, ਏਜੰਟ ਨੇ, ਉਹਨਾਂ ਦੇ ਨਾਲ ਗੱਲਬਾਤ ਕੀਤੀ ਆ, ਤੇ ਇਸੇ ਤਰੀਕੇ ਪਾਕਿਸਤਾਨੀ ਖੁਫੀਆ ਏਜੰਸੀਆਂ ਤੋਂ ਜਾਣਕਾਰੀ ਇਕੱਤਰ ਕੀਤੀ ਹੈ। ਤੇ ਉਸ ਤੋਂ ਬਾਅਦ ਇਹ ਦੁਨੀਆ ਨੂੰ ਸੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਭਾਰਤ ਸਰਕਾਰ ਕਿਉਂ ਬਾਹਰ ਬੈਠੇ ਸਿੱਖ ਆਗੂਆਂ ਨੂੰ ਮਰਵਾਉਣਾ ਚਾਹੁੰਦੀ ਸੀ, ਇਹ ਸਾਰਾ ਕੰਮ ਅੰਜਾਮ ਕਿਵੇਂ ਚੜ੍ਹਿਆ, ਇਹਦੀ ਪਿੱਠ ਭੂਮੀ ਕੀ ਹੈ, ਇਹਦੇ ਪਿੱਛੇ ਸਾਜ਼ਿਸ਼ਾਂ ਕਿੱਥੇ ਕਿੱਥੇ ਘੜ ਹੋਈਆਂ ਤੇ ਕਿਵੇਂ ਕਿਵੇਂ ਉਹਨਾਂ ਨੂੰ ਅੰਜਾਮ ਦਿੱਤਾ ਗਿਆ। ਸੋ ਹੈਨਾ ਐਲਿਸ ਪੈਟਰਸਨ ਦਿੱਲੀ ਤੋਂ ਕੋਰਸਪੋਂਡੈਂਟ ਆ ਦਾ ਗਾਰਡੀਅਨ ਅਖਬਾਰ ਦੀ। ਸੋ ਉਹਨੇ ਜਿਹੜਾ ਜੀ ਇਸ ਰਿਪੋਰਟ ਦੇ ਵਿੱਚ ਲਿਖਿਆ ਕਿ ਸਾਡੀ ਭਾਰਤੀ ਖੁਫੀਆ ਏਜੰਸੀ ਜਿਹੜੀ ਰਾਅ ਆ, ਉਹਦੇ ਇੱਕ ਇੰਟੈਲੀਜੈਂਸ ਅਫੀਸ਼ੀਅਲ ਦੇ ਨਾਲ ਦਿੱਲੀ ਦੇ ਵਿੱਚ ਗੱਲਬਾਤ ਹੋਈ, ਤੇ ਉਹਨੇ ਦੱਸਿਆ ਕਿ ਜਦੋਂ ਕੈਨੇਡਾ ਤੋਂ ਬਾਅਦ ਅਮਰੀਕਾ ਦੇ ਵਿੱਚ ਇਹ ਸਾਜ਼ਿਸ਼ ਫੜੀ ਗਈ, ਮਤਲਬ ਕਿ ਜਦੋਂ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਸਾਜ਼ਿਸ਼ ਜਿਹੜੀ ਆ ਉਹ ਬੇਨਕਾਬ ਹੋ ਗਈ, ਤਾਂ ਉਸ ਤੋਂ ਬਾਅਦ ਇਹ ਸਾਰਾ ਆਪਰੇਸ਼ਨ ਰੋਕ ਦਿੱਤਾ ਗਿਆ। ਉਸ ਤੋਂ ਪਹਿਲਾਂ ਪਾਕਿਸਤਾਨ ਦੇ ਵਿੱਚ 20 ਦੇ ਕਰੀਬ ਉਹ ਲੋਕ ਜਿਹੜੇ ਆ ਮਾਰੇ ਗਏ ਜਿਨ੍ਹਾਂ ਨੂੰ ਭਾਰਤ ਸਰਕਾਰ ਆਪਣਾ ਦੁਸ਼ਮਣ ਮੰਨਦੀ ਸੀ। ਇਹਦੇ ਵਿੱਚ ਸਿੱਖ ਖਾੜਕੂਆਂ ਦੇ ਨਾਲ ਨਾਲ ਕਸ਼ਮੀਰੀ ਖਾੜਕੂ ਵੀ ਸ਼ਾਮਲ ਦੱਸੇ ਜਾ ਰਹੇ ਆ। ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਵੀ ਇਸੇ ਕੜੀ ਦਾ ਹਿੱਸਾ ਆ, ਤੇ ਇਸ ਵਿੱਚ ਕਈ ਨਾਂ ਹੋਰ ਜੋੜੇ ਜਾ ਸਕਦੇ ਆ। ਸੋ ਇਹ ਕਿਹਾ ਗਿਆ ਕਿ ਇਸ ਰਿਪੋਰਟ ਦੇ ਵਿੱਚ ਕਿ ਜਿਹੜੇ ਇਹੋ ਜਿਹੇ ਵੱਡੇ ਆਪਰੇਸ਼ਨ ਹੁੰਦੇ ਆ, ਇਹ ਸਰਕਾਰੀ ਸਰਪ੍ਰਸਤੀ ਅਤੇ ਸਰਕਾਰ ਦੀ ਆਗਿਆ ਤੋਂ ਬਿਨਾਂ ਕਦੀ ਵੀ ਸਿਰੇ ਨਹੀਂ ਚੜ੍ਹਦੇ, ਕਿਉਂਕਿ ਇਹਨਾਂ ਦੇ ਵਿੱਚ ਪੈਸੇ ਦੀ ਬਹੁਤ ਵੱਡੀ ਇਨਵੋਲਵਮੈਂਟ ਹੁੰਦੀ ਆ। ਜਿਹੜੇ ਲੋਕਾਂ ਨੂੰ ਵਿੱਚ ਵਰਤਣਾ ਹੁੰਦਾ, ਸਲੀਪਰ ਸੈੱਲ ਤਿਆਰ ਕਰਨੇ ਹੁੰਦੇ ਆ, ਸਿੱਧੇ ਆਰਡਰ ਨਹੀਂ ਦਿੱਤੇ ਜਾਂਦੇ, ਵਿੱਚ ਬੰਦੇ ਪਾਉਣੇ ਹੁੰਦੇ ਆ, ਉਹਦੇ ਵਾਸਤੇ ਪੈਸਾ ਬਹੁਤ ਖਰਚਿਆ ਜਾਂਦਾ ਜੋ ਕਿ ਆਮ ਬੰਦਾ ਨਹੀਂ ਖਰਚ ਸਕਦਾ, ਉਹਦੇ ਪਿੱਛੇ ਸਰਕਾਰੀ ਖਜ਼ਾਨੇ ਦੀ ਲੋੜ ਹੁੰਦੀ ਆ। ਸੋ ਇਹਦੇ ਵਿੱਚ ਇਹ ਗੱਲ ਆਖੀ ਗਈ ਆ ਕਿ ਜਿਹੜਾ ਸਿਲਸਿਲਾ ਚਲਾਇਆ ਗਿਆ ਇਹ ਪੁਲਵਾਮਾ ਹਮਲੇ ਤੋਂ ਬਾਅਦ ਹੀ ਜਿਹੜੀਆਂ ਸੋਚਾਂ ਪ੍ਰਧਾਨ ਮੰਤਰੀ ਦਫ਼ਤਰ ਦੇ ਵਿੱਚ ਤੇ ਭਾਰਤੀ ਖੁਫੀਆ ਏਜੰਸੀਆਂ ਦੇ ਦਫ਼ਤਰਾਂ ਵਿੱਚ ਚੱਲਣ ਲੱਗ ਪਈਆਂ ਸੀ ਵੀ ਆਪਾਂ ਨੂੰ ਕੁਝ ਕਰਨਾ ਚਾਹੀਦਾ। ਜਿਵੇਂ ਰੂਸ ਦੀ ਖੁਫੀਆ ਏਜੰਸੀ KGB ਕਰਦੀ ਆ, ਜਿਵੇਂ ਇਜ਼ਰਾਈਲ ਦੀ ਖੁਫੀਆ ਏਜੰਸੀ ਮਸਾਦ ਕਰਦੀ ਆ ਕਿ ਹੋਰਾਂ ਮੁਲਕਾਂ ਦੀ ਧਰਤੀ ਤੇ ਜਾ ਕੇ ਜਿਹੜੇ ਆਪਣੇ ਟਾਰਗੇਟਸ ਆ ਉਹਨਾਂ ਨੂੰ ਨਿਸ਼ਾਨਾ ਬਣਾਉਣਾ, ਉਸ ਵਾਸਤੇ ਗੱਲਾਂ ਬਾਤਾਂ ਚੱਲ ਰਹੀਆਂ ਸੀ। ਉਸ ਤੋਂ ਬਾਅਦ ਕਹਿੰਦੇ ਵੀ ਕਿਸਾਨ ਮੋਰਚਾ ਸ਼ੁਰੂ ਹੋ ਗਿਆ। ਕਿਸਾਨ ਮੋਰਚਾ ਦਿੱਲੀ ਦੀਆਂ ਬਰੂਹਾਂ ਤੇ ਲੱਗਾ ਰਿਹਾ। ਇਹਦੇ ਵਿੱਚ ਮੋਸਟਲੀ ਜਿਹੜਾ ਇਹਦਾ ਹਿੱਸਾ ਸੀਗੇ ਉਹ ਪੰਜਾਬ ਦੇ ਸਿੱਖ ਕਿਸਾਨ ਸੀਗੇ, ਤੇ ਇਹਦੀ ਸਪੋਰਟ ਜਿਹੜੇ ਬਹੁਤੇ ਲੋਕ ਕਰ ਰਹੇ ਸੀ ਉਹ ਇੰਗਲੈਂਡ, ਕੈਨੇਡਾ ਤੇ ਅਮਰੀਕਾ ਤੋਂ ਕਰ ਰਹੇ ਸਿੱਖ ਸੀਗੇ। ਤੇ ਕਹਿੰਦੇ ਜਿਸ ਤਰੀਕੇ ਦੇ ਨਾਲ ਮੋਦੀ ਸਰਕਾਰ ਨੂੰ ਇਹਨਾਂ ਜਿਹੜੇ ਕਿ ਕਿਸਾਨਾਂ ਦੇ ਮੂਹਰੇ ਗੋਡੇ ਟੇਕਣੇ ਪਏ ਆ, ਉਸ ਤੋਂ ਬਾਅਦ ਸੱਤਾ ਦੇ ਗਲਿਆਰਿਆਂ ਦੇ ਵਿੱਚ, ਖੁਫੀਆ ਏਜੰਸੀਆਂ ਦੇ ਗਲਿਆਰਿਆਂ ਵਿੱਚ ਇਹ ਗੱਲ ਜਿਹੜੀ ਆ ਕਾਫੀ ਜ਼ੋਰ ਫੜ ਚੁੱਕੀ ਸੀ ਵੀ ਇਸ ਹਾਰ ਦਾ ਬਦਲਾ ਕਿਵੇਂ ਲੈਣਾ। ਸੋ ਗੱਲ ਸਪਸ਼ਟ ਜਿਹੜੀ ਇਸ ਰਿਪੋਰਟ ਵਿੱਚੋਂ ਇਹ ਆਉਂਦੀ ਆ ਕਿ ਕਿਸਾਨ ਮੋਰਚੇ ਦੇ ਵਿੱਚ ਮੋਦੀ ਦੀ ਹਾਰ ਤੋਂ ਬਾਅਦ ਹੀ ਇਹ ਗੱਲ ਤੈਅ ਕਰ ਲਈ ਗਈ ਸੀ ਕਿ ਬਾਹਰਲੇ ਸਿੱਖਾਂ ਨੂੰ, ਖਾਸ ਕਰਕੇ ਉਹਨਾਂ ਸਿੱਖਾਂ ਨੂੰ ਕਿਵੇਂ ਨਿਸ਼ਾਨਾ ਬਣਾਉਣਾ ਜਿਹੜੇ ਭਾਰਤ ਸਰਕਾਰ ਦਾ ਵਿਰੋਧ ਕਰਦੇ ਆ। ਸੋ ਇਸ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਭਾਰਤ ਦੇ ਉਸ ਖੁਫੀਆ ਏਜੰਟ ਨੇ ਇਸ ਰਿਪੋਰਟਰ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਸਾਊਦੀ ਜਰਨਲਿਸਟ ਜਿਹੜੇ ਕਿ ਅਮਰੀਕਾ ਦੇ ਨਾਗਰਿਕ ਸੀਗੇ ਜਮਾਲ ਖਸ਼ੋਗੀ, ਉਹਨਾਂ ਨੂੰ ਸਾਊਦੀ ਅੰਬੈਸੀ ਦੇ ਲਾਗੇ ਕਤਲ ਕੀਤਾ ਗਿਆ 2018 ਦੇ ਵਿੱਚ, ਤਾਂ ਉਸ ਤੋਂ ਬਾਅਦ ਇਹ ਮੁੱਦਾ ਬਹੁਤ ਤੇਜ਼ੀ ਦੇ ਨਾਲ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਤੇ ਭਾਰਤੀ ਖੁਫੀਆ ਏਜੰਸੀਆਂ ਦੇ ਦਫ਼ਤਰਾਂ 'ਚ ਗੂੰਜਿਆ ਵੀ ਜੇਕਰ ਉਹ ਅਜਿਹਾ ਕਰ ਸਕਦੇ ਆ ਸਾਊਦੀ ਅਰਬ ਵਾਲੇ, ਤਾਂ ਆਪਾਂ ਅਜਿਹਾ ਕਿਉਂ ਨਹੀਂ ਕਰ ਸਕਦੇ। ਉਸ ਤੋਂ ਬਾਅਦ ਕਹਿੰਦੇ ਫਿਰ UAE ਯੂਨਾਈਟਿਡ ਅਰਬ ਐਮੀਰਾਟਸ ਦੇ ਵਿੱਚ ਸਲੀਪਰ ਸੈੱਲ ਤਿਆਰ ਕੀਤੇ ਗਏ, ਜਿਨ੍ਹਾਂ ਦੀ ਸਹਾਇਤਾ ਦੇ ਨਾਲ ਪਾਕਿਸਤਾਨ ਦੇ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ। ਤੁਹਾਨੂੰ ਇਹ ਦੱਸ ਦਈਏ ਕਿ ਜਿਹੜਾ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ, ਇਸ ਸੰਬੰਧੀ ਜਿਹੜੀਆਂ ਮੁੱਢਲੀਆਂ ਰਿਪੋਰਟਾਂ ਆਈਆਂ ਸੀ ਉਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਉਹਨਾਂ ਦੇ ਕਤਲ ਦੀ ਜਿਹੜੀ ਰਾਸ਼ੀ ਸੀਗੀ ਉਹਦਾ ਐਲਾਨ ਡਾਰਕ ਵੈਬ ਦੇ ਉੱਤੇ ਕੀਤਾ ਗਿਆ ਸੀਗਾ, ਤੇ ਇਹਦਾ ਭੁਗਤਾਨ UAE ਦੇ ਵਿੱਚ ਹੀ ਕੀਤਾ ਗਿਆ ਆ। ਸੋ ਇੱਕ ਗੈਂਗਸਟਰ ਜਿਹਦਾ ਨਾਂ ਇਸ ਘਟਨਾ ਦੇ ਵਿੱਚ ਜੁੜ ਰਿਹਾ ਆ ਅਨਓਫੀਸ਼ੀਅਲੀ, ਉਹ ਵੀ ਇਹੀ ਕਿਹਾ ਜਾ ਰਿਹਾ ਕਿ ਉਹ ਉੱਥੇ UAE ਦੇ ਵਿੱਚ ਰਹਿ ਰਿਹਾ ਜਿਹੜਾ ਕੈਨੇਡਾ ਦੇ ਨਾਲ ਸੰਬੰਧਿਤ ਆ। ਸੋ ਗੱਲ ਸਾਰੀ ਜਿਹੜੀ ਉੱਧਰ ਨੂੰ ਜਾ ਰਹੀ ਆ। ਇਸ ਰਿਪੋਰਟ ਦੇ ਵਿੱਚ ਭਾਰਤੀ ਖੁਫੀਆ ਏਜੰਟ ਦੇ ਹਵਾਲੇ ਦੇ ਨਾਲ ਇਹ ਗੱਲ ਕਹੀ ਗਈ ਆ ਕਿ ਭਾਰਤ ਵੱਲੋਂ UAE ਦੇ ਵਿੱਚ ਆਪਣੇ ਸਲੀਪਰ ਸੈੱਲ ਤਿਆਰ ਕੀਤੇ ਗਏ, ਉੱਥੋਂ ਹੀ ਪੈਸਾ ਲਾ ਕੇ ਹੋਰ ਗਾਹਾਂ ਕਾਰਵਾਈਆਂ ਜਿਹੜੀਆਂ ਉਹ ਕੀਤੀਆਂ ਗਈਆਂ।
ਸੋ ਇਸ ਤੋਂ ਬਾਅਦ ਉਹ ਕਹਿੰਦੇ ਜਮਾਲ ਖਸ਼ੋਗੀ ਦੇ ਕਤਲ ਤੋਂ ਤੁਰੰਤ ਬਾਅਦ ਇਹ ਜਿਹੜੀ ਇੰਟੈਲੀਜੈਂਸ ਦੀ ਟੌਪ ਬਰਾਸ ਸੀ, ਉੱਚ ਅਧਿਕਾਰੀ ਸੀਗੇ, ਪ੍ਰਧਾਨ ਮੰਤਰੀ ਦਾ ਦਫ਼ਤਰ ਸੀਗਾ, ਉਹਦੇ ਵਿੱਚ ਇਹ ਸੋਚਿਆ ਗਿਆ ਵੀ ਕੁਝ ਕਰਨਾ ਚਾਹੀਦਾ ਤੇ ਫਿਰ ਇੱਧਰ ਨੂੰ ਗੱਲ ਤੋਰੀ ਗਈ ਹੈ ਜੀ। ਸੋ ਜਿਹੜੇ ਉਹਨਾਂ ਨੇ ਕਿਹਾ ਵੀ 2 ਇੰਡੀਅਨ ਆਪਰੇਟਿਵਸ, ਮਤਲਬ ਕਿ 2 ਭਾਰਤੀ ਖੁਫੀਆ